मर बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। नाम दा सिमरन करना लैके जीबा आया तू। जेदे नाल कदे ना रब दा नाम ते आया तू। बोल के मंदड़े बोल ना एनू, बोल के मंदड़े बोल ना एनू, माड़ी कर बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। जित्ती नैना वाली ज्योति तैनू दर्शन पाउण लई। तू उन्हां नाल तकदा रहना इत्थे पाप कमाउण दे लई। वेख के तू नैना नाल सजदा, वेख के तू नैना नाल सजदा, बल्ला फड़ बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। दसां नौहां दी किरत लई दसिया विच बाणी दे। पर तू लख करोड़ां दी फसिया विच ताणी दे। एक तो लख बनाने दा तू, एक तो लख बनाने दा, छड्ड दे चक्कर बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। इत्थे की कम तेरा बैठ के सोच विचार लवी। की पुन पाप कमाया मन विच झाती मार लवी। गऊ गरीब दे गल ते छुरियां, गऊ गरीब दे गल ते छुरियां, ना तू धर बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। जान ए 2 दिन दा मेला आखिर तुर जाना ए। ये तन मिट्टी दा ढेला आखिर खुर जाना ए।
ਨਿਤਨੇਮ ਨਾਲ ਸਤਿਗੁਰ ਦੀ ਤੂੰ, ਨਿਤਨੇਮ ਨਾਲ ਸਤਿਗੁਰ ਦੀ ਤੂੰ ਬਾਣੀ ਪੜ ਬੰਦਿਆ। ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ। ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ। ਐਵੇਂ ਮੇਰੀ ਮੇਰੀ ਕਰਦਾ, ਐਵੇਂ ਮੇਰੀ ਮੇਰੀ ਕਰਦਾ ਜਾਣਾ ਮਰ ਬੰਦਿਆ। ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ। ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ। ਤੇ ਗੁਰੂ ਪਿਆਰਿਓ, ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਆਖਿਆ, ਕਹਿੰਦੇ ਨੇ ਵੀ ਹੇ ਬੰਦੇ, ਜਿੰਨਾ ਚਿਰ ਤੇਰੀ ਇਸ ਦੇਹੀ ਵਿੱਚ ਸਵਾਸ ਨੇ ਨਾ, ਸਾਹ ਨੇ, ਤੂੰ ਉਹਨਾਂ ਚਿਰ ਆਪਣੇ ਸਵਾਸਾਂ ਵਿੱਚੋਂ ਕੋਈ ਐਸਾ ਸਮਾਂ ਕੱਢ ਜਿਸ ਨੂੰ ਤੂੰ ਵਾਹਿਗੁਰੂ ਦਾ ਸਿਮਰਨ ਕਰਕੇ ਸਫਲ ਕਰ ਸਕੇ। ਐਵੇਂ ਮੇਰੀ ਮੇਰੀ ਕਰਦਾ ਫਿਰਦਾ, ਜੇ ਤੂੰ ਧਨ ਦੌਲਤ ਕਮਾ ਲਿਆ ਤਾਂ ਕਹਿਣਾ ਵੀ ਮੈਂ ਕਮਾਇਆ, ਇਹ ਮੇਰਾ। ਜੇ ਤੈਨੂੰ ਤੇਰੇ ਗੁਰੂ ਨੇ ਧੀਆਂ ਪੁੱਤਰ ਦਿੱਤੇ ਨੇ ਤਾਂ ਤੂੰ ਕਹਿਣਾ ਵੀ ਇਹ ਮੇਰੇ ਨੇ। ਆ ਐਸ਼ੋ ਆਰਾਮ ਦੇ ਸਾਧਨ, ਆ ਸਾਰੇ ਸੁੱਖ ਦੇ ਸਾਧਨ ਮੇਰੇ ਨੇ। ਪਰ ਤੂੰ ਕਦੀ ਪਰਮਾਤਮਾ ਦਾ ਵੀ, ਆਪਣੇ ਗੁਰੂ ਦਾ ਵੀ ਸ਼ੁਕਰਾਨਾ ਕੀਤਾ ਹੈ? ਕਦੀ ਇਹ ਅਰਦਾਸ ਕੀਤੀ ਹੈ ਕਿ ਹੇ ਸਤਿਗੁਰੂ, ਇਹ ਤਨ, ਇਹ ਮਨ, ਇਹ ਧਨ, ਇਹ ਸਾਰਾ ਕੁਝ ਤੇਰਾ? ਕਦੀ ਆਖਿਆ ਸਤਿਗੁਰਾਂ ਦੇ ਚਰਨਾਂ 'ਚ ਬਈ ਮਨ ਤਨ ਤੇਰਾ, ਧਨ ਵੀ ਤੇਰਾ? ਸਤਿਗੁਰਾਂ ਨੇ ਇਹ ਗੁਰਬਾਣੀ 'ਚ ਇਹ ਸ਼ਬਦ ਉਚਾਰਿਆ ਗੁਰੂ ਪਿਆਰਿਓ, ਵੀ ਗੁਰਸਿੱਖ ਇਹ ਅਰਦਾਸ ਕਰੇ ਆਪਣੇ ਗੁਰੂ ਦੇ ਚਰਨਾਂ 'ਚ ਵੀ ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਪਰ ਗੁਰੂ ਪਿਆਰਿਓ, ਬੰਦਾ ਕਦੀ ਉਸ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ, ਉਹਦਾ ਧੰਨਵਾਦ ਨਹੀਂ ਕਰਦਾ, ਬਸ ਮੇਰੀ ਮੇਰੀ ਤੇ ਤੁਲਿਆ ਹੋਇਆ ਹੈ। ਇਸ ਤਰ੍ਹਾਂ ਦੀ ਮੇਰੀ ਮੇਰੀ ਕਰਦਾ ਫਿਰਦਾ ਹੈ। ਆਖਦਾ ਬਈ ਫਲਾਨੀ ਜਗ੍ਹਾ ਮੇਰੇ ਐਨੇ ਖੇਤ ਨੇ, ਮੇਰੀ ਐਨੇ ਕਿੱਲੇ ਜ਼ਮੀਨ ਹੈ, ਫਲਾਨੀ ਜਗ੍ਹਾ ਮੇਰੀਆਂ 2 ਕੋਠੀਆਂ ਨੇ, ਉਸ ਸ਼ਹਿਰ ਮੇਰਾ ਆ ਬਿਜ਼ਨਸ ਹੈ। ਭਾਵ ਕਿ ਮੇਰਾ ਮੇਰੀ ਮੇਰੀ ਕਰਦਾ ਫਿਰਦਾ ਹੈ। ਪਰ ਸਤਿਗੁਰੂ ਕਹਿ ਰਹੇ ਨੇ ਵੀ ਜੇ ਬੰਦਾ ਮੇਰੀ ਮੇਰੀ ਕਰੇ ਤੇ ਉਹਦੇ ਨਾਲ ਕੀ ਹਾਲ ਹੁੰਦਾ ਹੈ? ਉਹਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਦੀ। ਗੁਰੂ ਪਿਆਰਿਓ, ਜਿਹੜਾ ਬੰਦਾ ਮੇਰੀ ਮੇਰੀ ਕਰਦਾ ਹੈ ਨਾ, ਉਹਦੇ ਲਈ ਨਰਕਾਂ ਵਿੱਚ ਵੀ ਥਾਂ ਨਹੀਂ ਹੁੰਦੀ। ਇੱਕ ਐਸੀ ਵਾਰਤਾ ਆਉਂਦੀ ਹੈ, ਇੱਕ ਪਿੰਡ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ। ਬੜਾ ਧਨ ਦੌਲਤ ਉਹਦੇ ਕੋਲ, ਉਹਦੇ 4 ਪੁੱਤਰ ਸਨ। ਬੜੇ ਵੱਡੇ ਵੱਡੇ ਮਹਿਲ ਉਹਦੇ ਪਿੰਡ ਵਿੱਚ, ਸਾਰੇ ਇਲਾਕੇ ਵਿੱਚ ਬੜੀ ਉਹਦੀ ਜੈ ਜੈਕਾਰ ਸੀ। ਐਸੇ ਸੁੰਦਰ ਮਹਿਲ, ਐਸੀਆਂ ਸੁੰਦਰ ਉਹਦੀਆਂ ਕੋਠੀਆਂ ਪਿੰਡ ਵਿੱਚ। ਤੇ ਗੁਰੂ ਪਿਆਰਿਓ, ਜਦੋਂ ਉਹਦੇ ਕੋਲ ਕਿਸੇ ਨੇ ਜਾਣਾ, ਉਹਨੇ ਬੜਾ ਉੱਚਾ ਹੋ ਕੇ ਬੜੇ ਚਾਅ ਨਾਲ ਦੱਸਣਾ ਵੀ ਮੇਰੇ 4 ਪੁੱਤਰ ਨੇ, ਮੇਰਾ ਉਸ ਸ਼ਹਿਰ ਵਿੱਚ ਫਲਾਨਾ ਬਿਜ਼ਨਸ ਹੈ, ਉਸ ਜਗ੍ਹਾ ਮੇਰਾ ਆਹ ਕਾਰੋਬਾਰ ਹੈ। ਬੜਾ ਉੱਚਾ ਹੋ ਕੇ ਹੰਕਾਰ ਨਾਲ ਉਹਨੇ ਮੇਰੀ ਮੇਰੀ ਕਰਕੇ ਦੱਸਣਾ। ਤੇ ਗੁਰੂ ਪਿਆਰਿਓ, ਇੱਕ ਦਿਨ
ਕੀ ਹੋ ਰਿਹਾ ਸੀ? ਮੀਂਹ ਪੈ ਰਿਹਾ ਸੀ, ਬਾਰਿਸ਼ ਹੋ ਰਹੀ ਸੀ। ਇੱਕ ਸਾਧੂ, ਇੱਕ ਮਹਾਪੁਰਸ਼, ਉਹ ਵੀ ਪਹੁੰਚਿਆ ਹੋਇਆ ਮੀਂਹ ਤੋਂ ਬਚਣ ਦਾ ਮਾਰਾ ਉਹ ਸ਼ਾਹੂਕਾਰ ਦੀ ਹਵੇਲੀ ਦੇ ਦਰਵਾਜ਼ੇ ਦੇ ਥੱਲੇ ਖੜਾ ਹੋ ਗਿਆ। ਜਦੋਂ ਦਰਵਾਜ਼ੇ ਦੇ ਥੱਲੇ ਖੜਾ ਹੋ ਗਿਆ ਹੈ ਨਾ, ਤੇ ਸਾਧੂ ਨੇ ਵੇਖਿਆ ਬਈ ਅੰਦਰ ਸ਼ਾਹੂਕਾਰ ਪਲੰਗ ਤੇ ਬੈਠਾ ਹੋਇਆ। ਤਾਂ ਗੁਰੂ ਪਿਆਰਿਓ, ਉਹ ਸਾਧੂ, ਉਹ ਮਹਾਤਮਾ ਬ੍ਰਹਮ ਗਿਆਨੀ ਸੀ। ਉਹਨੂੰ ਆਉਣ ਵਾਲੇ ਸਮੇਂ ਬਾਰੇ ਵੀ ਪਤਾ ਸੀ, ਬੰਦਗੀ ਵਾਲਾ ਸੀ, ਸਿਮਰਨ ਵਾਲਾ ਸੀ। ਤੇ ਉਹ ਸਾਧੂ ਨੇ ਵੇਖਿਆ ਉਹ ਸ਼ਾਹੂਕਾਰ ਦਾ ਹਾਲ, ਤੇ ਸ਼ਾਹੂਕਾਰ ਨੂੰ ਉਹ ਸਾਧੂ ਮਹਾਪੁਰਸ਼ ਕਹਿੰਦਾ ਵੀ ਇਹ ਸ਼ਾਹੂਕਾਰ, ਆ ਤੇਰੀਆਂ ਐਡੀਆਂ ਵੱਡੀਆਂ ਵੱਡੀਆਂ ਹਵੇਲੀਆਂ ਨੇ, ਐਡੇ ਵੱਡੇ ਵੱਡੇ ਮਕਾਨ ਨੇ, ਤੂੰ ਕਦੀ ਇਹਦੇ ਵਿੱਚ ਬੈਠ ਕੇ ਸਿਮਰਨ ਵੀ ਕੀਤਾ, ਨਾਮ ਵੀ ਜਪਿਆ? ਉਹ ਕਹਿੰਦਾ ਵੀ ਮੈਨੂੰ ਨਾਮ ਜਪਣ ਦੀ ਲੋੜ ਹੀ ਨਹੀਂ। ਉਹ ਸ਼ਾਹੂਕਾਰ ਕਹਿੰਦਾ ਵੀ ਇਹ ਸਾਧੂ, ਮੈਨੂੰ ਤਾਂ ਬੰਦਗੀ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਬੰਦੇ ਤਾਂ ਬੰਦਗੀ ਤਾਂ ਕਰਦੇ ਐ ਬਈ ਉਹਨਾਂ ਕੋਲੇ ਧਨ ਦੌਲਤ ਆ ਜਾਵੇ। ਸ਼ਾਹੂਕਾਰ ਕਹਿੰਦਾ ਵੀ ਇਹ ਸਾਧੂ, ਮੇਰੇ ਕੋਲ ਤਾਂ ਇੰਨਾ ਧਨ ਦੌਲਤ ਹੈ, ਮੈਂ ਇੰਨੀ ਕਮਾਈ ਕੀਤੀ ਹੈ, ਮੇਰੀਆਂ 20 ਪੀੜ੍ਹੀਆਂ ਵੇਲੀਆਂ ਬੈਠ ਕੇ ਖਾ ਸਕਦੀਆਂ ਨੇ। ਆਹ ਵੇਖ, ਮੈਨੂੰ ਪ੍ਰਮਾਤਮਾ ਨੇ ਪੁੱਤਰ ਵੀ ਦਿੱਤੇ ਨੇ, ਤੇ ਮੈਂ ਨਾਮ ਕਿਉਂ ਜਪਾਂ? ਮੈਨੂੰ ਨਾਮ ਜਪਣ ਦੀ ਲੋੜ ਹੀ ਨਹੀਂ। ਮੇਰੇ 4 ਪੁੱਤਰ ਨੇ, ਐਡਾ ਵੱਡਾ ਮੇਰਾ ਕਾਰੋਬਾਰ, ਦੂਰ ਦੂਰ ਤੱਕ ਬਿਜ਼ਨਸ ਫੈਲਿਆ ਹੋਇਆ ਹੈ। ਮੈਨੂੰ ਘਰ ਬੈਠੇ ਨੂੰ ਹਰ ਰੋਜ਼ ਲੱਖਾਂ ਰੁਪਏ ਆ ਰਹੇ ਨੇ। ਤੇ ਗੁਰੂ ਪਿਆਰਿਓ, ਉਹ ਸਾਧੂ ਮਹਾਪੁਰਸ਼ ਕਹਿੰਦੇ ਸ਼ਾਹੂਕਾਰ, ਅਸੀਂ ਮੰਨਦੇ ਹਾਂ ਤੇਰੀ ਇਸ ਗੱਲ ਨੂੰ, ਪਰ ਜਦੋਂ ਤੂੰ ਇਸ ਸੰਸਾਰ ਤੋਂ ਜਾਣਾ ਹੈ ਨਾ, ਤਾਂ ਤੇਰੇ ਨਾਲ ਉੱਥੇ ਨਾ ਤਾਂ ਪੁੱਤਰਾਂ ਨੇ ਜਾਣਾ, ਨਾ ਤੇਰੇ ਕਿਸੇ ਕਾਰੋਬਾਰ ਨੇ, ਨਾ ਬਿਜ਼ਨਸ ਨੇ ਜਾਣਾ ਹੈ। ਤੇਰੇ ਨਾਲ ਜੇ ਤੂੰ ਨਾਮ ਜਪ ਲਵੇਂਗਾ ਨਾ, ਵਾਹਿਗੁਰੂ ਦਾ ਸਿਮਰਨ ਕਰ ਲਵੇਂਗਾ, ਉਹ ਤੇਰੇ ਨਾਲ ਅਗਲੀ ਦਰਗਾਹ ਵਿੱਚ ਜਾਣਾ। ਤੇ ਗੁਰੂ ਪਿਆਰਿਓ, ਉਹ ਸ਼ਾਹੂਕਾਰ ਕਹਿੰਦਾ ਬਈ ਸਾਧੂ, ਐਵੇਂ ਆਖੀ ਜਾਣਾ, ਅਗਲੀ ਦਰਗਾਹ ਕਿਸਨੇ ਵੇਖੀ ਹੈ? ਮੈਂ ਤਾਂ ਇੱਥੇ ਬੈਠਾ ਸੁੱਖ ਭੋਗ ਰਿਹਾ, ਇੱਥੇ ਬੈਠਾ ਹੀ ਮੈਂ ਸਵਰਗ ਦਾ ਆਨੰਦ ਲੈ ਰਿਹਾ। ਇਹਦੇ ਨਾਲੋਂ ਸਵਰਗ ਕਿਹੜਾ ਵੱਡਾ ਹੋਣਾ? ਤੇ ਸਾਧੂ ਕਹਿੰਦਾ ਵੀ ਸ਼ਾਹੂਕਾਰ, ਠੀਕ ਹੈ, ਤੂੰ ਸਵਰਗ ਵਰਗਾ ਸੁੱਖ ਭੋਗ ਰਿਹਾ ਹੈ, ਪਰ ਤੂੰ ਮੇਰੀ ਮੇਰੀ ਨਾ ਕਰ। ਸਾਧੂ ਨੇ ਆਖਿਆ ਵੀ ਜਿਹੜਾ ਬੰਦਾ ਮੇਰੀ ਮੇਰੀ ਕਰਦਾ ਹੈ ਨਾ, ਨਾਮ ਨਹੀਂ ਜਪਦਾ, ਉਹਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਦੀ। ਸ਼ਾਹੂਕਾਰ ਨਾ ਮੰਨਿਆ। ਤੇ ਸਾਧੂ ਕਹਿੰਦਾ ਵੀ ਸ਼ਾਹੂਕਾਰ, ਮੈਂ ਤੈਨੂੰ ਆ ਕੇ ਕੁਝ ਸਮੇਂ ਬਾਅਦ ਮਿਲਾਂਗਾ, ਫਿਰ ਤੈਨੂੰ ਚੇਤੇ ਕਰਵਾਵਾਂਗਾ। ਤੇ ਗੁਰੂ ਪਿਆਰਿਓ, ਹੌਲੀ ਹੌਲੀ ਸਮਾਂ ਬੀਤਦਾ ਗਿਆ। ਉਹ ਸ਼ਾਹੂਕਾਰ ਕੋਈ ਦਾਨ ਪੁੰਨ ਨਾ ਕਰੇ, ਰੁਪਈਆ ਵੀ ਇੱਕ ਦਾਨ ਪੁੰਨ ਵਾਸਤੇ ਕੱਢੇ ਨਾ। ਤੇ ਹੌਲੀ ਹੌਲੀ ਉਹਦੀ ਉਮਰ ਵੱਡੀ ਹੋਣੀ ਸੀ। ਐਸਾ ਬਿਮਾਰੀ ਨੇ ਘੇਰਿਆ, ਐਸਾ ਮੰਜੇ ਤੇ ਪਿਆ, ਜਿਨ੍ਹਾਂ ਪੁੱਤਰਾਂ ਨੂੰ ਉਹ ਕਹਿੰਦਾ ਹੁੰਦਾ ਸੀ ਨਾ ਵੀ ਇਹ ਮੇਰੇ ਨੇ, ਲੋਕਾਂ ਨੂੰ ਦੱਸਦਾ ਸੀ ਵੀ ਆਹ ਵੇਖੋ ਮੇਰੇ 4 ਪੁੱਤਰ ਨੇ, ਮੇਰੇ ਕੋਲ ਧਨ ਦੌਲਤ ਬਹੁਤ ਹੈ। ਐਸੀ ਬਿਮਾਰੀ ਆਈ, ਇਲਾਜ ਵੀ ਬੜਾ ਕਰਵਾਇਆ, ਦੂਰ ਦੂਰ ਤੋਂ ਵੈਦਾਂ ਹਕੀਮਾਂ ਨੂੰ ਡਾਕਟਰਾਂ ਨੂੰ ਬੁਲਾਇਆ, ਪਰ ਆਰਾਮ ਨਾ ਆਇਆ।
ਕੀ ਹੋ ਗਿਆ? ਉਹ ਮੇਰੀ ਮੇਰੀ ਕਰਨ ਵਾਲੇ ਦਾ ਗੁਰੂ ਪਿਆਰਿਓ ਕੀ ਹਾਲ ਹੋਇਆ? ਉਹਦੀ ਜ਼ੁਬਾਨ ਖਲੋ ਗਈ। ਉਹਦੀ ਜ਼ੁਬਾਨ ਖਲੋ ਗਈ। ਉਹਨੂੰ ਐਸਾ ਅਧਰੰਗ ਹੋਇਆ, ਮੂੰਹ ਵਿੱਚ ਜੇ ਕੋਈ ਘਰ ਦਾ ਜੀ ਰੋਟੀ ਪਾਉਂਦਾ ਤਾਂ ਉਹਦੇ ਵਿੱਚ ਸ਼ਕਤੀ ਨਹੀਂ ਸੀ ਵੀ ਉਹਨੂੰ ਚੱਬ ਲਵੇ, ਚਿੱਥ ਲਵੇ, ਕਿਉਂਕਿ ਮੂੰਹ ਕੰਮ ਕਰਨੋਂ ਹਟ ਗਿਆ। ਮੂੰਹ ਵਿੱਚੋਂ ਸਾਰਾ ਦਿਨ ਪਾਣੀ ਵਗਦੇ ਰਹਿਣਾ, ਪਾਣੀ ਵਗਦੇ ਰਹਿਣਾ ਤੇ ਬੋਲਣਾ ਤਾਂ ਕੀ ਸੀ। ਉਹਦੀ ਜ਼ੁਬਾਨ ਵੀ ਖੜ ਗਈ, ਬੋਲਣੋਂ ਵੀ ਹਟ ਗਿਆ। ਰੋਟੀ ਵੀ ਅੰਦਰ ਨਾ ਜਾਵੇ, ਨਾ ਪਾਣੀ ਜਾਵੇ, ਕਿਉਂਕਿ ਜ਼ੁਬਾਨ ਖਲੋ ਗਈ। ਉਹਦੇ ਜਬਾੜੇ ਕੰਮ ਕਰਨੋਂ ਹਟ ਗਏ। ਜਦੋਂ ਕੋਈ ਆਰਾਮ ਨਾ ਆਇਆ, ਜਿਹੜੇ ਪੁੱਤਰਾਂ ਨੂੰ ਉਹ ਮੇਰੇ ਕਹਿੰਦਾ ਸੀ ਨਾ, ਉਹ ਵੀ ਉਹਦੇ ਕੋਲੋਂ ਨਫ਼ਰਤ ਕਰਨ ਲੱਗ ਪਏ। ਉਹ ਆਖਣ ਬਈ ਇਹਦੇ ਨਾਲੋਂ ਤਾਂ ਇਹ ਮਰ ਜਾਵੇ ਤਾਂ ਚੰਗੀ ਗੱਲ ਹੈ। ਐਵੇਂ ਸਾਡੀ ਜਾਨ ਨੂੰ ਵਕਤ ਪਾਇਆ ਹੋਇਆ ਇਹਨੇ, ਐਵੇਂ ਥਾਂ ਮੱਲੀ ਬੈਠਾ, ਐਵੇਂ ਜਗ੍ਹਾ ਰੋਕ ਕੇ ਬੈਠਾ, ਤੇ ਜਿਉਂਦੇ ਜੀ ਇਹਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੈ। ਤੇ ਮਰ ਜਾਵੇ ਤਾਂ ਚੰਗੀ ਗੱਲ ਹੈ। ਤੇ ਜਿਨ੍ਹਾਂ ਪੁੱਤਰਾਂ ਨੂੰ ਉਹ ਮੇਰਾ ਮੇਰੇ ਕਹਿੰਦਾ ਸੀ ਨਾ, ਉਹਨਾਂ ਪੁੱਤਰਾਂ ਨੇ ਕਈਆਂ ਪੰਡਤਾਂ ਤੋਂ, ਕਈਆਂ ਸਾਧੂਆਂ ਤੋਂ ਇਲਾਜ ਵੀ ਕਰਵਾਇਆ ਵੀ ਇਹਦੀ ਜਾਨ ਛੁੱਟ ਜਾਵੇ। ਪਰ ਗੁਰੂ ਪਿਆਰਿਓ ਜਿਹੜੀ ਮੌਤ ਹੈ ਨਾ, ਉਹਦਾ ਤਾਂ ਸਮਾਂ ਬੱਝਿਆ ਹੋਇਆ ਹੈ ਨਾ। ਸਮਾਂ ਆਇਆ ਤੇ ਉਹ ਸ਼ਾਹੂਕਾਰ ਗੁਰੂ ਪਿਆਰਿਓ ਮਰ ਗਿਆ, ਅਕਾਲ ਚਲਾਣਾ ਕਰ ਗਿਆ। ਤੇ ਜਦੋਂ ਅਕਾਲ ਚਲਾਣਾ ਕਰ ਗਿਆ ਨਾ, ਜਦੋਂ ਉਹ ਸ਼ਾਹੂਕਾਰ ਧਰਮਰਾਜ ਦੀ ਕਚਹਿਰੀ ਵਿੱਚ ਗਿਆ, ਜਮਦੂਤ ਉਹਨੂੰ ਲੈ ਕੇ ਗਏ ਤਾਂ ਉਹਦਾ ਲੇਖਾ, ਉਹਦੀ ਪੱਤਰੀ ਖੋਲੀ ਜਮਦੂਤਾਂ ਨੇ। ਉਹਦਾ ਲੇਖਾ ਧਰਮਰਾਜ ਨੂੰ ਪੜ੍ਹ ਕੇ ਸੁਣਾਇਆ ਬਈ ਇਹਨੇ ਕੋਈ ਧਰਮ ਦਾ ਕੰਮ ਕੀਤਾ, ਕੋਈ ਪੁੰਨ ਦਾਨ ਕੀਤਾ, ਕੋਈ ਗਰੀਬਾਂ ਲੋੜਵੰਦਾਂ ਦੁਖੀਆਂ ਦੀ ਸੇਵਾ ਕੀਤੀ ਹੈ, ਕੋਈ ਸਤਸੰਗ ਕੀਤਾ ਨਹੀਂ, ਕੋਈ ਨਹੀਂ। ਤੇ ਕੀ ਕੀਤਾ ਇਹਨੇ? ਸਾਰੀ ਉਮਰ ਬਈ ਗਰੀਬਾਂ ਦਾ ਲਹੂ ਨਿਚੋੜ ਨਿਚੋੜ ਕੇ ਪੀਂਦਾ ਰਿਹਾ। ਕਿਵੇਂ? ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਤੋਂ 10 ਗੁਣਾ ਵਿਆਜ ਲੈਂਦਾ ਰਿਹਾ ਤੇ ਸਾਰੀ ਉਮਰ ਧਨ ਦੌਲਤ ਇਕੱਠਾ ਕਰਨ ਤੇ ਲੱਗਿਆ ਰਿਹਾ। ਆਪਣੇ ਪੁੱਤਰਾਂ ਦੇ ਮੋਹ ਵਸ ਹੋ ਕੇ ਮੇਰੀ ਮੇਰੀ ਕਰਦਾ ਰਿਹਾ। ਕਦੀ ਸਤਸੰਗ ਨਾ ਕੀਤਾ, ਸਿਮਰਨ ਨਾ ਦਾਨ ਪੁੰਨ। ਜਦੋਂ ਇਹ ਲੇਖਾ ਪੜਿਆ ਤੇ ਧਰਮਰਾਜ ਕਹਿੰਦਾ ਵੀ ਐਸਾ ਬੰਦਾ, ਇਹ ਐਸਾ ਇਨਸਾਨ ਹੈ, ਇਹਨੇ ਜ਼ਿੰਦਗੀ 'ਚ ਕੋਈ ਵੀ ਪੁੰਨ ਦਾ ਕੰਮ ਨਹੀਂ ਕੀਤਾ, ਕਦੀ ਸਤਸੰਗ ਨਹੀਂ ਸੁਣੀ, ਸਾਰੀ ਉਮਰ ਮੇਰੀ ਮੇਰੀ ਕਰਦਾ ਰਿਹਾ। ਤੇ ਧਰਮਰਾਜ ਕਹਿੰਦਾ ਵੀ ਜਮਦੂਤੋ, ਇਹੋ ਜਿਹੇ ਇਨਸਾਨ ਨੂੰ ਤਾਂ ਸਾਡੇ ਨਰਕਾਂ ਵਿੱਚ ਵੀ ਥਾਂ ਨਹੀਂ ਹੈ, ਇਹਨੂੰ ਤਾਂ ਨਰਕਾਂ ਵਿੱਚ ਵੀ ਥਾਂ ਨਹੀਂ ਮਿਲ ਸਕਦੀ, ਇਹਨੂੰ ਵਾਪਸ ਭੇਜ ਦਿਓ। ਤੇ ਗੁਰੂ ਪਿਆਰਿਓ, ਉਹ ਸ਼ਾਹੂਕਾਰ ਨੂੰ ਜਿਹੜਾ ਮੇਰੀ ਮੇਰੀ ਕਰਦਾ ਸੀ, ਉਹਨੂੰ ਵਾਪਸ ਭੇਜ ਦਿੱਤਾ। ਕਿਹੜੀ ਜੂਨੀ ਵਿੱਚ ਪਿਆ? ਇੱਕ ਬਲਦ ਦੀ ਜੂਨੀ ਵਿੱਚ ਪੈ ਗਿਆ। ਜਦੋਂ ਬਲਦ ਦੀ ਜੂਨੀ 'ਚ ਪਿਆ ਤੇ ਕੋਈ ਉਹ ਸ਼ਾਹੂਕਾਰ ਦੇ ਮਰਨ ਤੋਂ 6-7 ਸਾਲ ਬਾਅਦ ਸ਼ਾਹੂਕਾਰ ਦੇ ਪੁੱਤਰਾਂ ਨੂੰ ਲੋੜ ਪਈ ਬਈ ਕੋਈ ਆਪਣੇ ਤੇਲ ਕੱਢਣ ਵਾਲੇ ਕੋਲੂ ਵਾਸਤੇ ਕੋਈ ਬਲਦ ਖਰੀਦੀਏ। ਮੰਡੀ ਵਿੱਚ ਗਏ ਸ਼ਾਹੂਕਾਰ ਦੇ ਪੁੱਤਰ, ਉਹਨਾਂ ਨੇ ਬਲਦ ਵੇਖਿਆ। ਉਹਨਾਂ ਪੁੱਤਰਾਂ ਨੂੰ ਕੀ ਪਤਾ ਸੀ, ਤੇ ਉਹ ਜਿਹੜਾ ਬਲਦ ਵੇਖਿਆ ਉਹ ਖਰੀਦ ਲਿਆ। ਤੇ ਗੁਰੂ ਪਿਆਰਿਓ, ਉਹ ਬਲਦ ਦੀ ਜੂਨੀ ਵਿੱਚ ਪਿਆ। ਉਹਨਾਂ ਪੁੱਤਰਾਂ ਦਾ ਉਹ ਪਿਤਾ ਸੀ, ਉਹ ਸ਼ਾਹੂਕਾਰ ਸੀ।
ਤੇ ਹੁਣ ਗੁਰੂ ਪਿਆਰਿਓ ਉਹ ਬਲਦ ਪਸ਼ੂ ਸੀ ਨਾ, ਬੋਲ ਨਹੀਂ ਸਕਦਾ ਸੀ, ਪਰ ਉਹਨੂੰ ਸਾਰਾ ਗਿਆਨ ਸੀ ਵੀ ਮੈਂ ਜਿਸ ਘਰ ਵਿੱਚ ਆਇਆ ਇੱਥੋਂ ਦਾ ਮੈਂ ਸ਼ਾਹੂਕਾਰ ਸੀ। ਆਓ 4 ਮੇਰੇ ਪੁੱਤਰ ਨੇ ਤੇ ਗੁਰੂ ਪਿਆਰਿਓ ਨਰਕਾਂ ਵਿੱਚ ਥਾਂ ਨਹੀਂ ਮਿਲੀ, ਬਲਦ ਦੀ ਜੂਨੀ ਵਿੱਚ ਪੈ ਗਿਆ ਤੇ ਪੁੱਤਰਾਂ ਦੇ ਘਰ ਆਇਆ ਹੈ ਨਾ, ਤੇ ਫਿਰ ਵੀ ਬੜਾ ਖੁਸ਼ ਹੈ। ਕਹਿੰਦਾ ਵੀ ਚਲੋ ਮੈਨੂੰ ਮੇਰੇ ਪੁੱਤਰਾਂ ਦੇ ਘਰ ਤਾਂ ਰਹਿਣ ਦਾ ਸਮਾਂ ਮਿਲ ਗਿਆ ਨਾ। ਤੇ ਪੁੱਤਰਾਂ ਨੇ ਗੁਰੂ ਪਿਆਰਿਓ ਤੇਲ ਦਾ ਕੋਲੂ ਸੀ ਉਹਦੇ ਅੱਗੇ ਲਾ ਦਿੱਤਾ। ਜਦੋਂ ਬੜਾ ਉਹਨੇ ਜ਼ੋਰ ਲਾ ਕੇ ਕੰਮ ਕੀਤਾ, ਸ਼ਾਹੂਕਾਰ ਨੇ ਜਿਹੜਾ ਬਲਦ ਦੀ ਜੂਨੀ ਵਿੱਚ ਸੀ ਹੌਲੀ ਹੌਲੀ ਬੁੱਢਾ ਹੋਣਾ ਹੀ ਸੀ। ਜਦੋਂ ਵੱਡਾ ਸ਼ਰੀਰ ਹੋਇਆ, ਤੁਰਿਆ ਨਾ ਜਾਵੇ, ਉਹ ਬਲਦ ਕੋਲੋਂ ਤੁਰਿਆ ਨਾ ਜਾਵੇ, ਤੇ ਜਿਹੜੇ ਸ਼ਾਹੂਕਾਰ ਦੇ ਉਹ ਜਿਹੜੇ ਲੜਕੇ ਸਨ ਨਾ, ਉਹ ਗੁਰੂ ਪਿਆਰਿਓ ਉਹਨੂੰ ਪਿੱਛੋਂ ਸੋਟੀਆਂ ਮਾਰਿਆ ਕਰਨ, ਉਹਦੀ ਪਿੱਠ ਤੇ ਉਹਦੀ ਢੂਈ ਤੇ ਡੰਡੇ ਮਾਰਿਆ ਕਰਨ। ਤੇ ਜਦੋਂ ਡੰਡੇ ਪਿਆ ਕਰਨ ਤੇ ਉਹ ਸ਼ਾਹੂਕਾਰ ਜਿਹੜਾ ਬਲਦ ਦੀ ਜੂਨੀ ਵਿੱਚ ਸੀ ਬੜਾ ਦੁਖੀ ਹੋਇਆ ਕਰੇ। ਤੇ ਇੱਕ ਦਿਨ ਉਹ ਸਾਧੂ, ਉਹ ਮਹਾਤਮਾ ਉਹ ਕੋਲੂ ਦੇ ਕੋਲ ਆਏ। ਉਹਨਾਂ ਨੇ ਪਹਿਚਾਣਿਆ ਵੀ ਇਹ ਤਾਂ ਜਿਹੜਾ ਬਲਦ ਦੀ ਜੂਨੀ ਵਿੱਚ ਉਹ ਸ਼ਾਹੂਕਾਰ ਹੈ। ਉਹ ਮਹਾਤਮਾ ਨੇ ਪਛਾਣ ਲਿਆ ਤੇ ਗੁਰੂ ਪਿਆਰਿਓ ਮਹਾਤਮਾ ਵੇਖ ਰਹੇ ਨੇ ਵੀ ਇਹਦੇ ਪੁੱਤਰ ਜਿਨ੍ਹਾਂ ਪਿੱਛੇ ਇਹਨੇ ਧਨ ਦੌਲਤ ਇਕੱਠਾ ਕੀਤਾ, ਮੇਰਾ ਕਰਦਾ ਸੀ, ਇੰਨੀਆਂ ਮੇਰਾ ਕਰਦਾ ਸੀ, ਉਹੀ ਇਹਨੂੰ ਸੋਟੀਆਂ ਡੰਡੇ ਮਾਰ ਰਹੇ ਨੇ। ਤੇ ਸਾਧੂ ਨੂੰ ਉਹ ਬਲਦ ਨੇ ਵੇਖਿਆ ਜੋ ਕਿ ਪਹਿਲਾਂ ਸ਼ਾਹੂਕਾਰ ਸੀ। ਤੇ ਗੁਰੂ ਪਿਆਰਿਓ ਸਾਧੂ ਕਹਿੰਦੇ ਕਿਉਂ ਸ਼ਾਹੂਕਾਰਾ, ਕਿਉਂ ਹੁਣ ਚੰਗਾ ਹੈ? ਤੈਨੂੰ ਆਖਿਆ ਸੀ ਵੀ ਨਾ ਮੇਰਾ ਕਰ, ਤੈਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣੀ, ਤੈਨੂੰ ਨਰਕਾਂ ਵਿੱਚੋਂ ਵੀ ਧੱਕਾ ਮਿਲ ਗਿਆ ਤੇ ਤੈਨੂੰ ਆਹ ਜੂਨੀ ਮਿਲੀ ਹੈ। ਤੇ ਹੁਣ ਵੇਖ ਤੇਰੇ ਪੁੱਤਰ ਤੈਨੂੰ ਡੰਡੇ ਮਾਰ ਰਹੇ ਨੇ, ਤੇਰੇ ਵਿੱਚ ਸ਼ਕਤੀ ਨਹੀਂ ਨਾ ਰਹੀ ਤੁਰਨ ਦੀ, ਬਲਦ ਦੀ ਜੂਨੀ ਵਿੱਚ ਪਿਆ ਹੋਇਆ, ਤੇਰੇ ਲੜਕੇ ਤੈਨੂੰ ਸੋਟੀਆਂ ਮਾਰ ਰਹੇ ਨੇ। ਤੇ ਗੁਰੂ ਪਿਆਰਿਓ ਉਹ ਬਲਦ, ਉਹ ਸ਼ਾਹੂਕਾਰ ਜਿਹੜਾ ਬਲਦ ਦੀ ਜੂਨੀ ਵਿੱਚ ਸੀ, ਉਹਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਅਥਰੂ ਵਹਿ ਰਹੇ ਨੇ, ਰੋ ਰਿਹਾ ਨਾਲੇ ਡੰਡੇ ਖਾ ਰਿਹਾ। ਤੇ ਗੁਰੂ ਪਿਆਰਿਓ ਪਛਤਾਵਾ ਕਰ ਲਿਆ ਨਾ ਉਹਨੇ ਮਨ ਵਿੱਚ। ਤੇ ਜਦੋਂ ਬੰਦਾ ਮਨ ਵਿੱਚ ਪਛਤਾ ਲਵੇ, ਕੋਈ ਗਲਤੀ ਕਰਕੇ ਉਹਦਾ ਪਛਤਾਵਾ ਕਰ ਲਵੇ, ਤੇ ਕਹਿੰਦੇ ਨੇ ਵੀ ਉਹਦੇ ਗਲਤੀ ਦਾ, ਉਹਦੇ ਪਾਪਾਂ ਦਾ ਭਾਰ ਅੱਧਾ ਹੋ ਜਾਂਦਾ, ਉਹਦੀਆਂ ਗਲਤੀਆਂ ਦਾ ਭਾਰ, ਉਹਦੇ ਪਾਪਾਂ ਦਾ ਭਾਰ ਅੱਧਾ ਹੋ ਜਾਂਦਾ ਹੈ। ਤੇ ਗੁਰੂ ਪਿਆਰਿਓ ਉਹ ਸਾਧੂ ਕਹਿੰਦੇ ਕਿ ਸ਼ਾਹੂਕਾਰ ਤੇਰਾ ਹੁਣ ਸਮਾਂ ਥੋੜਾ ਹੈ, ਤੂੰ ਮਰ ਜਾਣਾ ਹੈ, ਤੂੰ ਪਛਤਾ ਰਿਹਾ ਹੈ ਨਾ, ਪਛਤਾਵਾ ਕਰ ਰਿਹਾ ਹੈ, ਤੇ ਹੁਣ ਤੈਨੂੰ ਉਸ ਪਰਮਾਤਮਾ ਦੇ ਦਰਗਾਹ ਵਿੱਚ ਤੈਨੂੰ ਥਾਂ ਮਿਲ ਜਾਣੀ ਹੈ। ਤੇ ਗੁਰੂ ਪਿਆਰਿਓ ਥੋੜੇ ਦਿਨ ਪਏ, ਉਹ ਬਲਦ ਉਹ ਮਰ ਗਿਆ, ਬਿਮਾਰ ਹੋ ਗਿਆ ਸੀ, ਮਰ ਗਿਆ। ਤੇ ਉਹਦੀ ਸ਼ਾਹੂਕਾਰ ਦੀ ਜਿਹੜੀ ਆਤਮਾ ਸੀ ਉਹ ਸਿੱਧੀ ਸੱਚਖੰਡ ਵਿੱਚ ਗਈ, ਕਿਉਂਕਿ ਉਹਨੇ ਪਛਤਾਵਾ ਕਰ ਲਿਆ ਸੀ। ਆਪਣੇ ਮਨ ਨਾਲ ਬੰਦਾ ਪਛਤਾਵਾ ਕਰ ਲਵੇ, ਮਨ ਵਿੱਚ ਗਲਤੀ ਮੰਨ ਲਵੇ ਵੀ ਐਵੇਂ ਮੇਰੀ ਕਰਦਾ ਰਿਹਾ, ਤਾਂ ਵੀ ਉਹ ਬਖਸ਼ਿਆ ਜਾਂਦਾ ਹੈ। ਤੇ ਗੁਰੂ ਪਿਆਰਿਓ ਸਤਿਗੁਰੂ ਕਹਿ ਰਹੇ ਨੇ ਕਿ ਇਹ ਭਲਿਓ, ਜਿੰਨਾ ਚਿਰ ਤੁਹਾਡਾ ਇਹ ਜੀਵਨ ਹੈ, ਉਹਨਾਂ ਚਿਰ ਆਪਣੇ ਜੀਵਨ ਨੂੰ ਵਾਹਿਗੁਰੂ ਦਾ ਸਿਮਰਨ ਕਰਕੇ ਸਫਲ ਕਰ ਲਓ। ਪਾਤਸ਼ਾਹ ਕਹਿੰਦੇ ਨੇ ਵੀ ਇਹ ਨਹੀਂ
ਵੀ ਆਪਣੇ ਕੰਮ ਧੰਦਿਆਂ ਨੂੰ ਹੀ ਛੱਡ ਦੇਣਾ, ਆਪਣੇ ਬੱਚਿਆਂ ਨੂੰ ਛੱਡ ਦਿਓ, ਪਰਿਵਾਰ ਨੂੰ ਛੱਡ ਦੇਣਾ ਤੇ ਸਾਰਾ ਦਿਨ ਗੁਰਦੁਆਰੇ ਹੀ ਬੈਠੇ ਰਹਿਣਾ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਕਹਿੰਦੇ ਨੇ ਨਹੀਂ, ਆਪਣੇ ਕੰਮ ਧੰਦੇ ਵੀ ਕਰਨੇ ਨੇ, ਬਿਜ਼ਨਸ ਵੀ ਕਰਨੇ ਨੇ, ਪਰਿਵਾਰ ਵਿੱਚ ਵੀ ਰਹਿਣਾ ਹੈ, ਪਰ ਜਦੋਂ ਸਮਾਂ ਮਿਲੇ ਉਦੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖ ਦਿੱਤਾ ਹੈ ਬਈ ਜਿਹੜਾ 24 ਘੰਟਿਆਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਭਾਵੇਂ 5-10 ਮਿੰਟ ਹੀ ਕਰੇ, ਤੇ ਜੇ ਉਹਦਾ 1 ਸਕਿੰਟ ਵੀ ਉਹਦੀ ਸੁਰਤੀ ਜੁੜ ਗਈ ਨਾ ਪ੍ਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ, ਤਾਂ ਉਹਦੇ 24 ਘੰਟਿਆਂ ਦੇ ਸਵਾਸ ਸਫਲ ਹੋ ਜਾਣੇ ਐ। ਕਹਿੰਦੇ ਨੇ ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ना आयो। पातशाह कह रहे ने कि भलियो मेरी ना करो, वाहिगुरु दा नाम सिमरो, भव सागर नू तर जाओगे। एवें मेरी करदा, एवें मेरी करदा, जाना मर बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। अनजान ए 2 दिन दा मेला आखिर तुर जाना ए। ए तन मिट्टी दा ढेला आखिर खुर जाना ए। नितनेम नाल सतगुर दी तू, नितनेम नाल सतगुर दी तू बाणी पढ़ बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। एवें मेरी करदा, एवें मेरी करदा, जाना मर बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। एवें मेरी करदा, एवें मेरी करदा, जाना मर बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। वाहिगुरु नाम सिमर के भव सागर नू तर बंदिया। वाहिगुरु 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 वाहिगुरु